ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ, ਪਾਤਸ਼ਾਹ ਕਹਿੰਦੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਗੁਰਬਾਣੀ ਆਖਦੀ ਹੈ, ਪਾਤਸ਼ਾਹ ਆਖਦੇ ਹਨ ਕਿ ਇਹ ਜੋ ਮੈਂ ਦੇਖਿਆ ਇਹ ਦੱਸ ਦਿੱਤਾ, ਜੋ ਵੀ ਸੋਝੀ ਮੈਨੂੰ ਤੂੰ ਬਖਸ਼ੀ ਉਹ ਮੈਂ ਆਪਣੀ ਭਾਸ਼ਾ ਦੇ ਮੁਤਾਬਕ ਉਦਾਹਰਨਾਂ ਦੇ ਕੇ, ਪ੍ਰਮਾਣ ਦੇ ਕੇ ਵਿਖਿਆਨ ਕਰ ਦਿੱਤਾ। ਪਰ ਜੋ ਦੇਖਿਆ ਨਹੀਂ, ਬਥੇਰੀਆਂ ਧਰਤੀਆਂ ਹੋਣਗੀਆਂ, ਹੋਰ ਬਥੇਰੇ ਹੋਣਗੇ ਜੋ ਤੈਨੂੰ ਗਾ ਰਹੇ ਹਨ, ਪਾਪ ਤੇਰੇ ਹੁਕਮ ਵਿੱਚ ਚੱਲ ਰਹੇ ਹਨ। ਸੋ ਮੇਰੇ ਚੇਤੇ ਨਹੀਂ, ਉਹਨਾਂ ਦੀ ਵਿਚਾਰ ਮੈਂ ਕੀ ਕਰਾਂ। ਤੇਰਾ ਵਿਸਥਾਰ ਹੈ ਜਿਹੜਾ ਉਹ ਬੇਅੰਤ ਹੈ, ਤੂੰ ਆਪ ਹੀ ਜਾਣਦਾ ਹੈ। ਜਿੰਨਾ ਕੁ ਬੋਲੀ ਵਿੱਚ ਵਿਖਿਆਨ ਕੀਤਾ ਉਹ ਵੀ ਤੈਂ ਹੀ ਕਰਵਾਇਆ। ਅਸੀਂ ਵੀ ਉਹੋ ਹੀ ਸੋਝੀ ਪ੍ਰਾਪਤ ਕਰਨੀ ਹੈ ਜਿਸ ਵਿੱਚ ਸਾਡਾ ਭਲਾ ਹੋ ਸਕੇ। ਸੋ ਮਾਇਆ ਤਾਂ ਬਥੇਰੀ ਹੈ ਇਸ ਭਵ ਸਾਗਰ ਦੇ ਅੰਦਰ, ਤੇ ਉਸ ਦੀ ਖੋਜ ਕਰਨ ਵਾਲੇ ਬਥੇਰੇ ਹਨ, ਉਸ ਨੂੰ ਇਕੱਠੀ ਕਰਨ ਵਾਲੇ ਬਥੇਰੇ ਹਨ। ਪਰ ਭਗਤਾਂ ਨੇ ਬ੍ਰਹਮ ਦੀ ਖੋਜ ਕੀਤੀ ਹੈ, ਭਾਵ ਕਿ ਆਪਣੇ ਆਪੇ ਨੂੰ ਖੋਜਿਆ। ਜਿਵੇਂ ਗੁਰਬਾਣੀ ਆਖਦੀ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਸੋ ਜਿਹੜੇ ਜਿਹੜੇ ਭਗਤ ਸਾਹਿਬਾਨ ਨੇ ਆਪਣੇ ਆਪੇ ਨੂੰ ਖੋਜਿਆ, ਭਾਵ ਬ੍ਰਹਮ ਦੀ ਖੋਜ ਕੀਤੀ, ਤੇ ਉਸੇ ਥਿਊਰੀ ਬਾਰੇ ਦੱਸਿਆ ਵੀ ਹੈ ਵੀ ਅਸੀਂ ਕਿਸ ਤਰ੍ਹਾਂ ਖੋਜ ਕੀਤੀ ਹੈ। ਸੋ ਉਸੇ ਥਿਊਰੀ ਨੂੰ ਅਸੀਂ ਵੀ ਅਪਣਾਉਣਾ ਹੈ। ਜਦੋਂ ਅਸੀਂ ਉਸ ਮਿੱਤ ਦੇ ਮੁਤਾਬਕ ਚੱਲਾਂਗੇ ਤਾਂ ਅਸੀਂ ਵੀ ਬ੍ਰਹਮ ਦੀ ਪ੍ਰਾਪਤੀ ਕਰ ਸਕਦੇ ਹਾਂ, ਭਾਵ ਆਪਣੇ ਆਪੇ ਨੂੰ ਜਾਣ ਸਕਦੇ ਹਾਂ। ਫਿਰ ਸਾਨੂੰ ਵੀ ਕੋਈ ਪਰੇਸ਼ਾਨੀ ਨਹੀਂ ਰਹੇਗੀ ਤੇ ਮਾਇਆ ਦੀ ਵੀ ਸੋਝੀ ਆ ਜਾਵੇਗੀ। ਸੋ ਇਕੱਲੀ ਮਾਇਆ ਦੀ ਖੋਜ ਕਰਨ ਵਿੱਚੋਂ ਬ੍ਰਹਮ ਦੀ ਪ੍ਰਾਪਤੀ ਨਹੀਂ ਹੁੰਦੀ। ਬ੍ਰਹਮ ਦੀ ਪ੍ਰਾਪਤੀ ਕਰਨ ਨਾਲ ਮਾਇਆ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਸਗੋਂ ਮਾਇਆ ਨੂੰ ਸ਼ੁੱਧ ਤਰੀਕੇ ਨਾਲ ਵਰਤਣ ਦਾ ਢੰਗ ਵੀ ਆ ਜਾਂਦਾ ਹੈ। ਫਿਰ ਮਾਇਆ ਦਾਸੀ ਬਣ ਕੇ ਰਹਿੰਦੀ ਹੈ। ਜਦੋਂ ਜੀਵ ਆਪਣੇ ਆਪੇ ਨੂੰ ਜਾਣ ਲੈਂਦਾ ਹੈ, ਜਦੋਂ ਮਾਇਆ ਨੂੰ ਜਾਣਨ ਲੱਗਦਾ, ਉਦੋਂ ਫਿਰ ਇਹ ਜੀਵ ਹੈ ਜਿਹੜਾ ਮਾਇਆ ਦੇ ਹੱਥ ਵਿਕ ਜਾਂਦਾ ਹੈ, ਗੁਲਾਮ ਹੋ ਜਾਂਦਾ ਹੈ। ਪਰ ਗੁਰਮੁਖਾਂ ਨੇ, ਪਾਤਸ਼ਾਹ ਕਹਿੰਦੇ, ਬ੍ਰਹਮ ਦੀ ਖੋਜ ਕੀਤੀ ਹੈ। ਸੋ ਇਸੇ ਕਰਕੇ ਪਾਤਸ਼ਾਹ ਕਹਿੰਦੇ ਆ, ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ। ਵੀ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਗਾ ਰਹੇ, ਜਿਹੜੇ ਤੇਰੀ ਰਜ਼ਾ ਵਿੱਚ ਹਨ, ਹੁਕਮ ਵਿੱਚ ਚੱਲ ਰਹੇ ਹਨ। ਸੇ ਮੈਂ ਚਿਤ ਨਾ ਆਵਨ, ਵੀ ਹੋ ਸਕਦਾ ਮੈਂ ਕਿਸੇ ਨੂੰ ਭੁੱਲ ਗਿਆ ਹੋਵਾਂ। ਨਾਨਕ ਕਿਆ ਵਿਚਾਰੇ। ਨਾਨਕ ਜੀ ਕਹਿੰਦੇ ਕੀ ਵਿਚਾਰ ਕਰ ਸਕਦੇ ਆ। ਪਰ ਜਿਹਨੇ ਆਪਣੀ ਵਿਚਾਰ ਕਰ ਲਈ ਉਹ ਸ੍ਰੇਸ਼ਟ ਹੈ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ। ਅਗਲਾ ਫਰਮਾਨ ਹੈ ਸਾਹਿਬ ਦਾ ਕਿ ਸੱਚ ਹੈ ਜੋ ਉਹ ਸਾਹਿਬ ਹੀ ਹੈ। ਇਹ ਸ਼ਬਦ ਇਕੱਠਾ ਹੀ ਪੜ੍ਹਨਾ, ਸੱਚਾ ਸਾਹਿਬ, ਸੱਚ ਸਾਹਿਬ। ਸੱਚ ਹੀ ਸਾਹਿਬ ਹੈ, ਹੋਰ ਕੋਈ ਸਾਹਿਬ ਨਹੀਂ। ਉਹ ਸਦਾ ਹੀ ਸੱਚਾ ਹੈ, ਭਾਵੇਂ ਸ੍ਰਿਸ਼ਟੀ ਹੋਵੇ ਭਾਵੇਂ ਨਾ ਹੋਵੇ। ਉਸ ਦੇ ਗੁਣ ਵੀ ਸੱਚੇ ਹਨ।
ਜਿੰਨੇ ਕੁ ਗੁਣਾਂ ਬਾਰੇ ਸਾਨੂੰ ਭਗਤ ਸਾਹਿਬਾਨਾਂ ਨੇ ਦੱਸਿਆ ਹੈ, ਸਾਡੇ ਲਈ ਉਹੀ ਬੇਅੰਤ ਹਨ। ਹੋਰ ਪਤਾ ਨਹੀਂ ਕਿੰਨੇ ਕੁ ਗੁਣ ਹੋਣ। ਉਸ ਵਿੱਚ ਨਾਈ ਦਾ ਭਾਵ ਹੁੰਦਾ ਜਸ, ਸੋਭਾ, ਕਿ ਤੇਰਾ ਜਸ ਜੋ ਜਿੰਨਾ ਕੁ ਵੀ ਕੀਤਾ ਹੈ ਉਹ ਸੱਚਾ ਹੈ। ਸਾਡਾ ਇਹੀ ਫਰਜ਼ ਹੈ, ਉਹ ਅਸੀਂ ਪੂਰਾ ਕੀਤਾ। ਜੋ ਜੀਵ ਦਾ ਆਪਣਾ ਨੇਮ ਸੀ ਉਹਨੇ ਪੂਰਾ ਕੀਤਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਆਪਣਾ ਕਾਜ ਸਵਾਰ ਲਿਆ। ਸੋ ਹੋਰ ਬੇਅੰਤ ਹਨ। ਜਦੋਂ ਆਪਣਾ ਕਾਰਜ ਸਵਾਰਿਆ ਗਿਆ, ਫਿਰ ਸੋਝੀ ਆ ਗਈ ਵੀ ਹੋਰ ਕਿੰਨੇ ਹਨ ਜਿਨ੍ਹਾਂ ਨੇ ਆਪਣਾ ਕਾਰਜ ਸਵਾਰਿਆ। ਉਹ ਜਦੋਂ ਕਾਰਜ ਨੂੰ ਸਵਾਰ ਲੈਂਦੇ ਆ, ਫਿਰ ਉਹ ਜਸ ਕਰਦੇ ਆ, ਭਾਵ ਕਿ ਆਰਾਧਨਾ ਕਰਦੇ ਆ ਵੀ ਹੁਣ ਸਾਨੂੰ ਹੁਕਮ ਦਿਓ, ਅਸੀਂ ਕੀ ਕਰੀਏ। ਫਿਰ ਸੱਚਖੰਡ ਵੱਲੋਂ ਹੁਕਮ ਆਉਂਦਾ, ਉਹ ਹੈ ਤੁਰਕੀ ਬਾਣੀ। ਉਸ ਨੂੰ ਪ੍ਰਾਪਤ ਕਰਦੇ ਆ। ਤਾਂ ਪਾਤਸ਼ਾਹ ਨੇ ਲਿਖਿਆ, ਸੋਈ ਸੋਈ ਸਦਾ ਸੱਚ ਸਾਹਿਬ। ਉਹਨਾਂ ਨੇ ਦੱਸਿਆ ਵੀ ਉਹ ਜਿਹੜਾ ਸਾਹਿਬ ਹੈ ਉਹ ਸੱਚ ਹੈ। ਸੱਚਾ ਸਾਚੀ ਨਾਈ, ਉਹਦੀ ਜਿਹੜੀ ਸੋਭਾ ਹੈ ਉਹ ਵੀ ਬੜੀ ਸੱਚੀ ਹੈ। ਉਹਦੇ ਵਿੱਚ ਵੀ ਕੋਈ ਮਿਲਾਵਟ ਨਹੀਂ ਹੈ, ਕੋਈ ਲੋਭ ਲਾਲਚ ਨਹੀਂ ਹੈ। ਜਿਸ ਜੀਵ ਨੇ ਵੀ ਕੀਤੀ ਉਹਦੇ ਅੰਦਰ ਵੀ ਨਹੀਂ ਹੈ। ਉਹ ਵੀ ਉਸੇ ਤਰ੍ਹਾਂ ਦਾ ਹੀ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕੀ ਉਪਮਾ ਦਿੱਤੀ ਜਾ ਸਕਦੀ। ਸੋ ਪਾਤਸ਼ਾਹ ਕਹਿੰਦੇ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨੀ ਰਚਾਈ। ਉਹ ਹੁਣ ਵੀ ਹੈ, ਕੋਈ ਮਨ ਘੜਤ ਗੱਲ ਨਹੀਂ। ਜਿਸ ਨੇ ਰਚਨਾ ਹੈ, ਜੋ ਸ੍ਰਿਸ਼ਟੀ ਰਚੀ ਹੈ, ਉਹ ਹੈ ਵੀ, ਹੁਣ ਵੀ ਹੈ, ਹੋਸੀ ਭਾਵ ਕੇ ਰਹੇਗਾ ਵੀ। ਜੋਤ ਸਦਾ ਰਹਿੰਦੀ ਹੈ। ਕਿਸੇ ਸਮੇਂ ਰਚਨਾ ਨਹੀਂ ਹੋਵੇਗੀ ਤਾਂ ਵੀ ਉਹ ਰਹੇਗਾ। ਮਾਇਆ ਖਤਮ ਹੋਵੇਗੀ, ਜਿੰਨੀ ਕੁ ਸ੍ਰਿਸ਼ਟੀ ਰਚਨ ਵੇਲੇ ਹੈ, ਉਹ ਰਹੇਗਾ ਕਰਤਾ। ਮਾਇਆ ਦੀ ਸ੍ਰਿਸ਼ਟੀ ਖਤਮ, ਹੁਕਮ ਖਤਮ, ਹਾਕਮ ਸਦਾ ਹੈ। ਹਾਕਮ ਦਾ ਹੀ ਹੁਕਮ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਜਿਹੜੇ ਜਿਹੜੇ ਪੁਰਖਾਂ ਨੇ ਹੁਕਮ ਨੂੰ ਬੁੱਝਿਆ, ਉਹਨਾਂ ਨੇ ਸਾਨੂੰ ਦੱਸਿਆ ਅਸੀਂ ਵੀ ਹੁਕਮ ਬੁੱਝਣਾ, ਉਸ ਹੁਕਮ ਨੂੰ ਪ੍ਰਾਪਤ ਕਰਨਾ, ਉਸ ਨੂੰ ਹਾਸਲ ਕਰਨਾ। ਜਿੰਨਾ ਚਿਰ ਸਾਨੂੰ ਹੁਕਮ ਪ੍ਰਾਪਤ ਨਹੀਂ ਹੁੰਦਾ, ਉਨਾ ਚਿਰ ਸਾਨੂੰ ਹਾਕਮ ਬਾਰੇ ਵੀ ਜਾਣਕਾਰੀ ਨਹੀਂ ਆਉਂਦੀ। ਹੁਣ ਜਿੰਨੀ ਕੁ ਸਾਨੂੰ ਜਾਣਕਾਰੀ ਹਾਕਮ ਬਾਰੇ ਹੈ, ਪਰਮੇਸ਼ਰ ਬਾਰੇ ਹੈ, ਉਹ ਸੁਣੀ ਸੁਣਾਈ ਹੈ। ਸੁਣ ਵੱਡਾ ਆਖੈ ਸਭ ਕੋਈ। ਪਾਤਸ਼ਾਹ ਕਹਿੰਦੇ, ਕੇਵਡ ਵੱਡਾ ਡਿੱਠਾ। ਉਹ ਕਿੰਨਾ ਕੁ ਵੱਡਾ ਹੈ, ਤਾਂ ਹੁਣ ਪਤਾ ਲੱਗੂਗਾ ਜਦੋਂ ਉਹਦੀ ਸੋਝੀ ਆਵੇਗੀ ਕਿ ਅਸਲ ਵਿੱਚ ਹੈ ਕੀ ਚੀਜ਼। ਸੁਣ ਲੈਣਾ ਚੰਗੀ ਗੱਲ ਹੈ, ਪਰ ਸੁਣ ਕੇ ਵੇਖ ਲੈਣਾ ਉਹ ਬਹੁਤ ਚੰਗੀ ਗੱਲ ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਹੈ, ਉਹ ਰਚਨਾ ਰਚ ਕੇ ਵੀ ਹੈ, ਤੇ ਜਦੋਂ ਰਚਨਾ ਨਹੀਂ ਹੁੰਦੀ ਉਦੋਂ ਵੀ ਹੁੰਦਾ ਹੈ। ਕਰਤੇ ਨੇ ਜੋ ਇਹ ਕਿਰਤ ਰਚੀ ਹੈ, ਇਹ ਉਹਦੀ ਜਿਹੜੀ ਸੋਚ ਹੈ, ਉਹਦਾ ਜਿਹੜਾ ਫੁਰਨ ਹੈ, ਉਹਦਾ ਜਿਹੜਾ ਹੁਕਮ ਹੈ, ਇਹ ਸਾਰੀ ਸ੍ਰਿਸ਼ਟੀ ਉਸ ਹੁਕਮ ਵਿੱਚ ਚੱਲਦੀ ਹੈ। ਹੁਕਮ ਹਰ ਇੱਕ ਜੀਵ ਨੂੰ ਸੁਣਦਾ ਹੈ, ਔਰ ਮਨੁੱਖ ਤੋਂ ਬਿਨਾਂ ਸਾਰੇ ਜੀਵ ਉਸ ਹੁਕਮ ਅਨੁਸਾਰ ਚੱਲਦੇ ਹਨ। ਇੱਕ ਮਨੁੱਖਾ ਤਨ ਦੇ ਅੰਦਰ ਜਦੋਂ ਜੋਤ ਆ ਜਾਂਦੀ ਹੈ, ਜੀਵ ਆਉਂਦਾ ਹੈ, ਇਸ ਤਨ ਨੂੰ ਧਾਰਦਾ, ਫਿਰ ਇਹ ਉਸ ਹੁਕਮ ਦੇ ਵਿਰੋਧ 'ਚ ਖੜਦਾ ਹੈ। ਭਾਵੇਂ ਹੁਕਮ ਦਾ ਵਿਰੋਧ ਕਰ ਨਹੀਂ ਸਕਦਾ, ਰੋਕ ਨਹੀਂ ਸਕਦਾ, ਪਰ ਸੋਚ ਲੈਂਦਾ ਹੈ। ਇਹਦਾ ਸੋਚਣਾ ਹੀ ਇਹਦੇ ਲਈ
ਬੜਾ ਘਾਤਕ ਹੈ, ਖਤਰਨਾਕ ਹੈ। ਇਸੇ ਕਰਕੇ ਭਗਤਾਂ ਨੇ ਇਹ ਸੋਝੀ ਪ੍ਰਾਪਤ ਕੀਤੀ ਵੀ ਐਸਾ ਕਿਹੜਾ ਕਾਰਨ ਹੈ ਕਿ ਸਾਨੂੰ ਟਿਕਾ ਨਹੀਂ ਹੈ, ਸ਼ਾਂਤੀ ਨਹੀਂ ਹੈ। ਤੁਹਾਨੂੰ ਨੂੰ ਪਤਾ ਲੱਗ ਗਿਆ ਵੀ ਸਾਡੀ ਆਪਣੀ ਸੋਚ, ਸਾਡਾ ਆਪਣਾ ਹੁਕਮ, ਸਾਡਾ ਆਪਣਾ ਫਰਨਾ, ਜੋ ਅਸੀਂ ਦ੍ਰਿਸ਼ਟਮਾਨ ਚੀਜ਼ ਨੂੰ ਵੇਖਦੇ ਹਾਂ, ਇਹਨੂੰ ਵੇਖ ਕੇ ਚਿੰਤਤ ਰਹਿੰਦਾ ਹੈ। ਉਹਨਾਂ ਨੇ ਉਸ ਹੁਕਮ ਨੂੰ ਛੱਡ ਹੀ ਦਿੱਤਾ, ਤੇ ਜਦੋਂ ਉਹ ਆਪਣੀ ਇੱਛਾ ਛੱਡੀ, ਆਪਣੀ ਹੋਂਦ ਗਵਾਈ, ਤੇ ਦੂਸਰਾ ਚੇਤੇ ਆ ਗਿਆ ਜਿਹਦੇ ਹੁਕਮ 'ਚ ਸਾਰਾ ਕੁਝ ਚੱਲਦਾ ਹੈ, ਜਿਹਦੇ ਭਾਣੇ 'ਚ ਸਾਰਾ ਕੁਝ ਹੋ ਰਿਹਾ। ਫਿਰ ਉਹ ਹੁਕਮ ਉਹਨਾਂ ਦੇ ਹੱਥ ਵਿੱਚ ਆਇਆ। ਉਹਨਾਂ ਨੇ ਆਖਿਆ ਕਿ ਹੈ ਪੀ ਹੋਸੀ, ਜਾਏ ਨਾ ਜਾਸੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੇਰੇ ਹਸਵਾਏ। ਜੋ ਬੋਲੇ ਸੋ ਪੇਖੈ ਅੰਖੀ, ਜੋ ਕੁਛ ਵੀ ਬੋਲਿਆ ਉਹ ਵੇਖ ਕੇ ਬੋਲਿਆ, ਐਵੇਂ ਨਹੀਂ ਬੋਲਿਆ। ਹੇ ਮੇਰੇ ਮਨਾ, ਇਹ ਹੁਣ ਤੇਰੀ ਵਾਰੀ ਹੈ, ਸਮਾਂ ਤੇਰੇ ਕੋਲ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ। ਹੁਣ ਮਾਇਆ ਕਿਹਾ ਰਚਨਾ ਨੂੰ, ਜਿਹੜੀ ਬੜੀ ਰੰਗ ਬਰੰਗੀ ਹੈ, ਪਰ ਹੈ ਸਾਰੀ ਮਾਇਆ ਹੀ। ਪੰਜ ਤੱਤ ਮਾਇਆ ਹੈ, ਕਿਤੇ ਕੋਈ ਤੱਤ ਘੱਟ ਹੈ, ਕਿਤੇ ਕੋਈ ਤੱਤ ਵੱਧ ਹੈ। ਮਾਇਆ ਰੰਗ ਬਰੰਗੀ ਹੈ, ਪਰ ਮਾਇਆ ਅਲੱਗ-ਅਲੱਗ ਸ਼੍ਰੇਣੀਆਂ ਦੇ ਵਿੱਚ ਵੀ ਹੈ, ਪਰ ਤੱਤ ਉਹੀ ਹਨ। ਪੰਜ ਤੱਤ ਪੂਰੀ ਮਾਇਆ ਵਿੱਚ ਹਨ। ਇਹ ਸਾਰੀ ਮਾਇਆ ਉਸ ਕਰਤੇ ਨੇ ਪੈਦਾ ਕੀਤੀ ਹੋਈ, ਪਰ ਉਹ ਆਪ ਮਾਇਆ ਤੋਂ ਨਿਰਲੇਪ ਹੈ। ਰੰਗੀ ਰੰਗੀ ਭਾਂਤੀ, ਹੁਣ ਮਾਇਆ ਕਿੰਨੇ ਰੰਗਾਂ ਦੇ ਵਿੱਚ ਹੈ, ਕਿੰਨੇ ਪ੍ਰਕਾਰ ਦੀ ਹੈ। ਭਾਵ ਕਿ ਜੋ ਆ ਸੰਸਾਰ ਦੇ ਵਿੱਚ ਸਾਨੂੰ ਦਿਸ ਰਿਹਾ ਹੈ, ਜੋ ਵੀ ਰਚਨਾ ਹੈ, ਉਹ ਮਾਇਆ ਹੈ। ਇਸ ਮਾਇਆ ਨੂੰ ਜਿਹੜਾ ਕੰਟਰੋਲ ਕਰਦਾ ਉਹ ਹੁਕਮ ਹੈ। ਉਹ ਹੁਕਮ ਸਾਨੂੰ ਦਿਖਾਈ ਨਹੀਂ ਦਿੰਦਾ। ਅਸੀਂ ਉਹੀ ਵੇਖਣਾ ਹੈ। ਜਦੋਂ ਅਸੀਂ ਉਸ ਹੁਕਮ ਨੂੰ ਵੇਖ ਲਿਆ ਤਾਂ ਅਸੀਂ ਉਹਦੇ ਅਨੁਸਾਰ ਹੀ ਹਾਂ, ਕਿਉਂਕਿ ਉਹਦਾ ਪ੍ਰਤਾਪ ਹੀ ਬਹੁਤ ਹੈ। ਪਰ ਜਿੰਨਾ ਚਿਰ ਉਹ ਦਿਸਦਾ ਨਹੀਂ, ਉਨਾ ਚਿਰ ਜੋ ਇਹ ਰਚਨਾ ਹੈ ਮਾਇਆ ਦੀ, ਇਹ ਪ੍ਰਭਾਵ ਪਾਉਂਦੀ ਹੈ। ਇਹ ਵੀ ਵਿਚਿੱਤਰ ਹੈ, ਇਹ ਵੀ ਨਹੀਂ ਖਤਮ ਹੁੰਦੀ। ਨਾ ਉਹ ਖਤਮ ਹੋਵੇ, ਨਾ ਇਹ ਖਤਮ ਹੋਵੇ। ਜੀਵ ਕੋਲ ਜਿੰਨਾ ਕੁ ਸਮਾਂ ਹੁੰਦਾ ਹੈ, ਉਹ ਖਤਮ ਹੋ ਜਾਂਦਾ ਹੈ। ਜੋਤ ਨੇ ਜੋ ਕੁਛ ਵੀ ਇੱਥੇ ਫਿਰ ਆ ਕੇ ਇਕੱਠਾ ਕੀਤਾ ਹੁੰਦਾ, ਉਹ ਲੈ ਕੇ ਗਾਂਹ ਚਲੇ ਜਾਂਦੀ ਹੈ। ਅੱਗੇ ਉਹ ਸਵੀਕਾਰ ਨਹੀਂ ਕਰਦੇ, ਕਿਉਂਕਿ ਜੋ ਕੁਛ ਵੀ ਲੈ ਕੇ ਜਾਂਦਾ ਇਕੱਠਾ ਕਰਕੇ, ਮਾਇਆ ਨੂੰ ਦੇਖ ਕੇ ਲੈ ਕੇ ਜਾਂਦਾ। ਮਾਇਆ ਉਹ ਸੱਚੇ ਦੇ ਅਧੀਨ ਹੈ। ਤੇ ਜੇ ਤਾਂ ਮਾਇਆ ਤੋਂ ਪਰੇ ਲੈ ਕੇ ਜਾਵੇ ਕੋਈ ਚੀਜ਼, ਤਾਂ ਉਹ ਸੱਚ ਹੈ। ਸੱਚ ਫਿਰ ਪਰਮੇਸ਼ਰ ਆਪ ਹੈ, ਹੁਕਮ ਆਪ ਹੈ। ਸੋ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੀ ਉਪਾਈ। ਪਾਤਸ਼ਾਹ ਕਹਿੰਦੇ ਜਿੰਨੀ ਵੀ ਮਾਇਆ ਉਹ ਬੜੇ ਰੰਗਾਂ ਬਰੰਗਾਂ ਦੇ ਵਿੱਚ ਹੈ, ਪਰ ਤੁਸੀਂ ਆਪਣੇ ਅੰਦਰ ਜ਼ਰੂਰ ਝਾਤੀ ਮਾਰਿਓ। ਇਸ ਰੰਗ ਬਰੰਗੀ ਮਾਇਆ ਨੂੰ ਛੱਡ ਕੇ ਜਾਣਾ, ਇਹਦੇ ਤੇ ਲੋਭਾਏਮਾਨ ਨਹੀਂ ਹੋਣਾ, ਇਹ ਤੋਂ ਨਿਰਲੇਪ ਹੋਣ ਲਈ ਕੋਸ਼ਿਸ਼ ਕਰਨੀ ਹੈ। ਕਰ ਕਰ ਦੇਖੈ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਸੋ ਇਹ ਜਿੰਨੀ ਵੀ ਰਚਨਾ ਪਾਤਸ਼ਾਹ ਨੇ ਰਚੀ ਹੈ, ਰਚ ਕੇ ਫਿਰ ਵੇਖਦਾ ਵੀ ਹੈ। ਹਾਕਮ ਹੈ ਜਿਹੜਾ
ਸੱਚਖੰਡ ਹੈ, ਜਿੰਨੀਆਂ ਵੀ ਉੱਥੇ ਸ੍ਰੇਸ਼ਟ ਆਤਮਾਵਾਂ ਨੇ, ਜੋਤਾਂ ਨੇ, ਉਹ ਸਾਰੀਆਂ ਇਸ ਚੀਜ਼ ਨੂੰ ਵੇਖਦੀਆਂ ਵੀ ਨੇ ਤੇ ਫਿਰ ਸਾਰਿਆਂ ਨੂੰ ਪਾਲਦਾ ਵੀ ਹੈ। ਸਰੀਰ ਜੋ ਦਿੱਤਾ, ਜੋ ਮਾਇਆ ਦਾ, ਇਹਦੀ ਰੱਖਿਆ ਵੀ ਕਰਦਾ ਹੈ ਤੇ ਜੋਤ ਨੂੰ ਵੀ ਸੁਗਿਆਨ ਦਿੰਦਾ ਹੈ। ਇਹ ਵਡਿਆਈ ਵੀ ਉਸੇ ਵਿੱਚ ਹੀ ਹੈ, ਇਹ ਕਿਸੇ ਮਨੁੱਖ 'ਚ ਨਹੀਂ ਹੋ ਸਕਦੀ। ਸਾਤੋਂ ਸਾਡਾ ਪਰਿਵਾਰ ਦਾ ਕੋਈ ਭੈਣ ਭਰਾ ਵੱਖਰਾ ਹੋ ਜਾਂਦਾ, ਅਸੀਂ ਉਹਨੂੰ ਉਸੇ ਵੇਲੇ ਕਹਿ ਦਿੰਦੇ ਵੀ ਅੱਜ ਤੋਂ ਬਾਅਦ ਤੇਰਾ ਖਰਚਾ ਆਪਣਾ, ਸਾਡਾ ਆਪਣਾ, ਤੇਰਾ ਖਾਣ ਪੀਣ ਪਹਿਰਾਣਾ ਆਪਣਾ, ਸਾਡਾ ਆਪਣਾ। ਪਰ ਇੱਕ ਪਰਮੇਸ਼ਰ ਹੈ ਜਿੱਥੋਂ ਅਸੀਂ ਵੱਖ ਹੋ ਕੇ ਆਏ ਹਾਂ, ਉਹ ਕਹਿੰਦਾ ਜਿੱਥੇ ਮਰਜ਼ੀ ਰਹਿ, ਸਾਰਾ ਕੁਝ ਆਪਣਾ ਹੀ ਹੈ। ਉਹ ਤੇਰ ਮੇਰ 'ਚ ਨਹੀਂ ਪੈਂਦਾ, ਉਹ ਕਹਿੰਦਾ ਆਪਣਾ ਹੀ ਹੈ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ, ਜਿੰਨਾ ਮਰਜ਼ੀ ਖਾਓ। ਇਹ ਹੁਣ ਤੁਸੀਂ ਦੇਖਣਾ ਕੈਸਾ ਹੈ ਸਾਡਾ ਅਤੀਤ, ਸਾਡਾ ਮੂਲ। ਉਹ ਆਪ ਤਕਲੀਫ ਝੱਲਦਾ, ਸਾਨੂੰ ਸਮਝਾਉਂਦਾ, ਸਾਨੂੰ ਇਸ ਭਵ ਸਾਗਰ ਚੋਂ ਬਾਹਰ ਕੱਢਣਾ ਚਾਹੁੰਦਾ, ਪਰ ਅਸੀਂ ਨਹੀਂ ਨਿਕਲਣਾ ਚਾਹੁੰਦੇ। ਇਹ ਸਭ ਵਡਿਆਈ ਉਸੇ ਦੀ ਹੈ। ਉਹ ਸਭ ਕੁਝ ਜਾਣਦਾ ਹੋਇਆ ਵੀ ਚਿਤਾਰਦਾ ਨਹੀਂ ਹੈ। ਸਾਨੂੰ ਕੁਝ ਭਰਮ ਹੋ ਜਾਂਦਾ ਕਿ ਅਸੀਂ ਆਪਣੇ ਬੱਚੇ ਪਾਲਦੇ ਹਾਂ, ਜੇ ਅਸੀਂ ਨਾ ਹੋਏ ਫਿਰ ਕੁਝ ਵੀ ਨਹੀਂ ਹੋ ਸਕਦਾ। ਜੇ ਤੂੰ ਮੇਰੇ ਤੋਂ ਪਰੇ ਚਲੇ ਗਿਆ, ਭੁੱਖਾ ਮਰੇਗਾ। ਮੇਰੇ ਪ੍ਰਤਾਪ ਨਾਲ ਹੀ ਤੁਹਾਨੂੰ ਸਾਰਾ ਕੁਝ ਮਿਲਦਾ, ਜੇ ਮੈਂ ਨਾ ਹੋਵਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ। ਸਾਡੀ ਮਨੋ ਦਿਸ਼ਾ ਹੈ, ਪਰ ਅਸੀਂ ਇਹ ਨਹੀਂ ਸਮਝਦੇ ਕਿ ਇਹ ਖੇਡ ਉਸ ਪਰਮੇਸ਼ਰ ਦੀ ਹੈ। ਪਰ ਇਹ ਗੱਲ ਨੂੰ ਜਾਣ ਲੈਣਾ ਕਿ ਉਹ ਖੇਡ ਪਰਮੇਸ਼ਰ ਦੀ ਹੈ, ਪਰ ਵੇਖ ਲੈਣਾ ਫਰਕ ਹੈ। ਜਿੰਨਾ ਚਿਰ ਉਹ ਵੇਖਿਆ ਨਹੀਂ ਜਾਂਦਾ, ਉਨਾ ਚਿਰ ਇਹ ਛੱਡੀ ਨਹੀਂ ਜਾਂਦੀ ਚੀਜ਼। ਪਰ ਉਹ ਵਿਰਲੇ ਹਨ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ, ਜਿਹੜੇ ਪ੍ਰਤੱਖ ਹੁਕਮ ਨੂੰ ਵਰਤਦਾ ਦੇਖ ਲੈਂਦੇ ਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉਹ ਗੁਰੂ ਹੈ, ਉਹ ਚ ਤੱਤ ਨਹੀਂ ਰਹੀ। ਜਿਨ੍ਹਾਂ ਨੇ ਉਸ ਤੱਤ ਨੂੰ ਵੇਖਿਆ, ਉਹਨਾਂ ਨੇ ਆਖਿਆ ਗੁਰਬਾਣੀ ਕਹੈ ਸੇਵਕ ਜਨ ਮਨ, ਕਿ ਉਹਦਾ ਕੋਈ ਸੇਵਕ ਬਣ ਕੇ ਹੁਕਮ ਦਾ ਸੇਵਕ ਬਣੇ, ਗੁਰੂ ਦਾ ਕੋਈ ਸੇਵਕ ਬਣ ਜਾਵੇ। ਜਿਹਨੇ ਗੁਰੂ ਨੂੰ ਵੇਖਿਆ, ਉਹਦੀ ਕਹੀ ਗੱਲ ਤੇ ਭਰੋਸਾ ਕਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ ਹੈ। ਫਿਰ ਉਹ ਗੁਰੂ ਹੈ ਜਿਹੜਾ ਪ੍ਰਤੱਖ ਹੋ ਜਾਂਦਾ ਹੈ, ਜਿਹੜਾ ਹੁਕਮ ਹੈ ਉਹ ਪ੍ਰਤੱਖ ਹੋ ਜਾਂਦਾ ਹੈ। ਉਹ ਜੋਤ, ਉਹ ਮੂਲ ਸਾਡੇ ਸਾਹਮਣੇ ਹੁੰਦਾ, ਆਤਮਾ ਦੇ, ਸਰੀਰ ਦੇ ਨਹੀਂ। ਸਰੀਰ ਦੀਆਂ ਅੱਖਾਂ ਦੁਆਰਾ ਮਾਇਆ ਹੀ ਦਿਸੂਗੀ, ਨੇਤਰਾਂ ਦੁਆਰਾ ਹੁਕਮ ਦੀਦਾ। ਨੇਤਰੀ ਸਤਿਗੁਰ ਵੇਖਣਾ, ਕੰਨਾਂ ਨਾਲ ਗੁਰਬਾਣੀ ਸੁਣਦੀ, ਸਰਵਣੀ ਸੁਣਨਾ ਗੁਰਨਾਓ, ਉਹ ਹੁਕਮ ਸਰਵਣਾ ਨਾਲ ਸੁਣਦਾ। ਗੁਰਬਾਣੀ 'ਚ ਸਾਨੂੰ ਦੱਸਿਆ ਉਸ ਬਾਣੀ ਬਾਰੇ, ਉਸ ਹੁਕਮ ਬਾਰੇ। ਗੁਰਬਾਣੀ ਸਾਡੇ ਕੋਲ ਸਬਜੈਕਟ ਹੈ, ਵਿਸ਼ਾ ਹੈ। ਇਹਦੇ ਤੇ ਭਰੋਸਾ ਕਰਨਾ ਹੈ, ਅਸੀਂ ਇਹਨੂੰ ਹਿਰਦੇ 'ਚ ਵਸਾਉਣਾ, ਸੁਰਤ ਨੂੰ ਹਿਰਦੇ 'ਚ ਲੈ ਕੇ ਜਾਣਾ।
ਹਿਰਦੇ ਵਿੱਚ ਬੈਠਾ ਫਿਰ ਉਹ ਦਿਸੀ ਜਾਂਦਾ ਹੈ। ਸੋ ਜਿਹਨੂੰ ਇਹ ਸੋਝੀ ਆਉਂਦੀ ਹੈ, ਪਾਤਸ਼ਾਹ ਕਹਿੰਦੇ ਉਹ ਬਿਰਲਾ ਹੁੰਦਾ ਹੈ। ਬਾਕੀ ਅਸੀਂ ਅਣਜਾਣਪੁਣੇ ਵਿੱਚ ਹੀ ਜ਼ਿੰਦਗੀ ਗੁਜ਼ਾਰ ਕੇ ਜਾਂਦੇ ਹਾਂ। ਹਾਂ, ਇਹ ਠੀਕ ਹੈ ਕਿ ਪ੍ਰਗਟ ਰੂਪ ਵਿੱਚ ਅਸੀਂ ਵੀ ਕਰਦੇ ਦਿਖਾਈ ਦਿੰਦੇ ਹਾਂ, ਪਰ ਪਿੱਛੇ ਉਹੀ ਹੈ। ਸਾਨੂੰ ਮਾਇਆ ਦਿਸਦੀ ਹੈ, ਇਸੇ ਕਰਕੇ ਉਹ ਕਰਤਾ ਮਾਇਆ ਨਹੀਂ, ਤਾਂ ਹੀ ਸਾਨੂੰ ਦਿਸਦਾ ਨਹੀਂ। ਪਰ ਹੈ ਜ਼ਰੂਰ, ਉਸ ਨੂੰ ਦੇਖਣ ਲਈ ਮਾਇਆ ਜੋ ਭਰਮ ਹੈ ਇਹ ਛੱਡਣਾ ਪੈਂਦਾ ਹੈ, ਇਹ ਤੋਂ ਰਹਿਤ ਹੋਣਾ ਪੈਂਦਾ। ਫਿਰ ਪਤਾ ਚੱਲਦਾ ਕਿ ਕਿਵੇਂ ਵੇਖਦਾ ਹੈ ਤੇ ਕਿਵੇਂ ਪਾਲਦਾ ਹੈ। ਫਿਰ ਉਸ ਦੀ ਵਡਿਆਈ ਕਿਵੇਂ ਕਿੱਥੋਂ ਤੱਕ ਹੋ ਰਹੀ ਹੈ, ਫਿਰ ਪਤਾ ਲੱਗਦਾ ਹੈ। ਕਰ ਕਰ ਵੇਖੈ, ਜੋ ਕੁਛ ਵੀ ਰਚਨਾ ਰਚੀ ਹੋਈ ਹੈ ਉਹ 'ਚ ਉਹਦਾ ਧਿਆਨ ਵੀ ਹੈ। ਉਹ ਆਪਣੇ ਧਿਆਨ ਨਾਲ ਹੀ ਸਾਰਾ ਕੁਝ ਚਲਾ ਰਿਹਾ। ਉਹਦਾ ਧਿਆਨ ਹੀ ਉਹਦਾ ਮਨ ਹੈ, ਉਹਦਾ ਧਿਆਨ ਹੀ ਉਹਦਾ ਹੁਕਮ ਹੈ, ਧਿਆਨ ਹੀ ਫੁਰਮਾਨ ਹੈ। ਜਿਵੇਂ ਸਾਡਾ ਵੀ ਜਿੱਥੇ ਧਿਆਨ ਹੁੰਦਾ ਉੱਥੇ ਹੀ ਸਾਡਾ ਮਨ ਹੁੰਦਾ। ਧਿਆਨ ਹੀ ਮਨ ਹੈ, ਧਿਆਨ ਹੀ ਹੁਕਮ ਹੈ। ਸਾਡਾ ਵੀ ਤਾਂ ਧਿਆਨ ਆ ਨਾ ਕਿਤੇ, ਸਾਡਾ ਜਿਹੜਾ ਮੂਲ ਹੈ ਉਹਦਾ ਮਨ ਵੀ ਤਾਂ ਹੈ ਕਿਤੇ। ਹੁਣ ਸਾਡਾ ਮਨ ਮਾਇਆ 'ਚ ਹੈ। ਮਨ ਮਾਇਆ ਮੈਂ ਫੱਦ ਰਹੋ, ਨਿਕਸਤ ਨਾ ਹੈ ਨਮੀਤ, ਨਹੀਂ ਨਿਕਲਦਾ। ਅਸੀਂ ਮਾਇਆ 'ਚ ਆਪਣਾ ਧਿਆਨ ਫਸਾਇਆ ਹੋਇਆ, ਉਹਨੇ ਮਾਇਆ ਨੂੰ ਆਪਣੇ ਧਿਆਨ 'ਚ ਰੱਖਿਆ ਹੋਇਆ, ਆਪਣੇ ਕੰਟਰੋਲ 'ਚ ਰੱਖ ਕੇ ਚਲਾਉਂਦਾ। ਸਾਨੂੰ ਮਾਇਆ ਕੰਟਰੋਲ 'ਚ ਰੱਖ ਕੇ ਚਲਾਉਂਦਾ। ਫਰਕ ਇੰਨਾ ਹੀ ਹੈ। ਜਿੱਦਣ ਅਸੀਂ ਧਿਆਨ ਮਾਇਆ 'ਚੋਂ ਬਾਹਰ ਕੱਢ ਲਿਆ, ਹੁਕਮ 'ਚ ਲੈ ਗਿਆ, ਫਿਰ ਮਾਇਆ ਸਾਡੇ ਅਧੀਨ ਹੋ ਜਾਣੀ। ਫਿਰ ਮਾਇਆ ਦਾਸੀ ਭਗਤਾਂ ਕੇਰੀ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਏ। ਕਹਿੰਦੇ ਜੋ ਸੱਚਖੰਡ ਨੂੰ ਪ੍ਰਵਾਨ ਹੈ ਉਹੀ ਹੁਕਮ ਹੁੰਦਾ ਤੇ ਉਹੀ ਵਰਤਦਾ। ਹੋਰ ਕਿਸੇ ਦਾ ਹੁਕਮ ਉਸ ਨੂੰ ਬਦਲ ਨਹੀਂ ਸਕਦਾ। ਕੋਈ ਵਰ ਜਾਂ ਸਰਾਪ ਨਹੀਂ ਦੇ ਸਕਦਾ। ਤੇ ਜਿਹੜੇ ਗੱਲ ਆਖਦੇ ਹਨ ਕਿ ਵਰ ਦਿੱਤਾ ਜਾਂਦਾ ਜਾਂ ਸਰਾਪ ਦਿੱਤਾ ਜਾਂਦਾ, ਅਸਲ ਵਿੱਚ ਉਹ ਬ੍ਰਹਮ ਗਿਆਨ ਤੋਂ ਖਾਲੀ ਹੁੰਦੇ। ਕਿਉਂਕਿ ਜਿਸ ਦੇ ਅੰਦਰ ਬ੍ਰਹਮ ਦੀ ਸੋਝੀ ਹੈ, ਜਿਹਨੇ ਆਪਣਾ ਆਪਾ ਜਾਣ ਲਿਆ, ਉਹਨੂੰ ਪਤਾ ਲੱਗ ਜਾਂਦਾ ਕਿ ਸਾਰਾ ਕੁਝ ਤਾਂ ਹੁਕਮ 'ਚ ਹੋ ਰਿਹਾ। ਫਿਰ ਉਹ ਹੁਕਮ ਦੀ ਅਦੂਲੀ ਕਿਵੇਂ ਕਰ ਦੂਗਾ? ਉਹਨੂੰ ਇੰਨਾ ਤਾਂ ਪਤਾ ਲੱਗ ਗਿਆ ਵੀ ਹੁਕਮ ਦੀ ਅਦੂਲੀ ਕਰਕੇ ਤਾਂ 84 ਭੋਗੀ, ਹੁਕਮ ਦੀ ਉਲੰਘਣਾ ਕਰਕੇ ਤਾਂ ਤਕਲੀਫਾਂ ਚੱਲੀਆਂ ਨੇ। ਮਸੀਂ ਤਾਂ ਹੁਕਮ ਹੱਥ ਆਇਆ, ਮਸੀਂ ਤਾਂ ਲੜ ਹੱਥ 'ਚ ਆਇਆ। ਹੁਣ ਕਿਵੇਂ ਛੱਡ ਦੇਵਾਂ? ਉਹਨੂੰ ਸਾਰਾ ਹੁਕਮ ਵਰਤਦਾ ਦੀਂਦਾ। ਹੁਕਮ ਸਭ ਦੇ ਭਲੇ ਵਾਸਤੇ ਵਰਤਦਾ। ਜੀਵਾਂ ਨੂੰ ਲੱਗਦਾ ਕਿ ਸਾਡਾ ਬੁਰਾ ਹੋ ਰਿਹਾ, ਕਿਸੇ ਨੂੰ ਲੱਗਦਾ ਸਾਡਾ ਭਲਾ ਹੋ ਗਿਆ। ਜਿਹਨੂੰ ਮਾਇਆ ਵੱਧ ਮਿਲ ਗਈ ਉਹ ਖੁਸ਼ ਹੋ ਜਾਂਦਾ, ਉਹ ਕਹਿੰਦਾ ਮੈਨੂੰ ਵਰ ਮਿਲ ਗਿਆ। ਜਿਹਨੂੰ ਮਾਇਆ ਘੱਟ ਮਿਲ ਜਾਂਦੀ ਉਹ ਕਹਿੰਦਾ ਵੀ ਸਾਨੂੰ ਤਾਂ ਸਰਾਪ ਲੱਗ ਗਿਆ, ਸਾਡੇ ਦਾ ਕਰਮ ਮਾੜੇ ਆ, ਸਾਡੇ ਤੇ ਕਿਸੇ ਨੇ ਕੁਛ ਕਰਾਤਾ, ਸਾਡਾ ਨੁਕਸਾਨ ਹੋ ਗਿਆ। ਕਿਉਂਕਿ ਸੰਸਾਰੀ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੇ ਇਹ ਗੱਲਾਂ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਹੋਇਆ ਕਿ ਜਿਹੜਾ ਕਹਿਣ ਕਥਨ ਤੋਂ ਬਾਹਰ ਹੈ। ਉਹਨਾਂ ਨੇ ਗੁਰਬਾਣੀ 'ਚੋਂ ਵੀ ਕਈ ਐਸੇ ਬਚਨ ਸੁਣਾਤੇ ਵੀ ਦੇਖੋ ਜੀ ਗੁਰਬਾਣੀ ਵੀ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੀ ਹੈ। ਪਰ ਉਹ ਮੰਨਦੀ ਜਿੱਥੇ ਤੱਕ ਹੈ, ਉਹ ਗੁਰਬਾਣੀ ਕਿਸੇ ਦੀ ਗੱਲ ਬਾਰੇ ਲਿਖ ਕੇ ਪਹਿਲਾਂ ਲਿਖਦੇ ਆ ਵੀ ਕੋਈ ਇਹ ਚੀਜ਼ ਨੂੰ ਮੰਨਦਾ। ਉਹਦਾ ਜਿਹੜਾ ਜਵਾਬ ਪਾਤਸ਼ਾਹ ਨੇ ਦਿੱਤਾ ਵਾ ਸੱਚਖੰਡ ਵੱਲੋਂ ਹੈ, ਉਹ ਜਵਾਬ ਨਹੀਂ ਸਾਨੂੰ ਦੱਸਦੇ, ਉੱਪਰਲੀ ਗੱਲ ਦੱਸ ਦਿੰਦੇ। ਅਸੀਂ ਕਹਿੰਦੇ ਨੇ ਜੀ ਹਾਂਜੀ ਵਾਕਈ ਵੀ ਗੁਰਬਾਣੀ 'ਚ ਲਿਖਿਆ ਹੀ ਹੋਇਆ। ਹੁਣ ਸਾਨੂੰ ਹੀ ਐਡੀ ਖੋਜ ਨਹੀਂ ਹੈ, ਨਾ ਅਸੀਂ ਗੁਰਬਾਣੀ ਤੋਂ ਕੁਝ ਸੋਝੀ ਪ੍ਰਾਪਤ ਕੀਤੀ, ਨਾ ਅਸੀਂ ਸਵੈਮ ਆਪਣੇ ਆਪ ਤੋਂ। ਅਸੀਂ ਕਹਿੰਦੇ ਹਾਂਜੀ ਗੁਰਬਾਣੀ 'ਚ ਲਿਖਿਆ ਹੋਇਆ, ਇਸ ਤਰ੍ਹਾਂ ਹੋ ਜਾਂਦਾ। ਫਿਰ ਇਹਨਾਂ ਕੋਲ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ, ਇਹਨਾਂ ਕੋਲ ਇਹੋ ਜਿਹੀਆਂ ਖੁਰਾਪਾਤੀ ਗੱਲਾਂ ਹੁੰਦੀਆਂ ਨੇ, ਚੰਗੇ ਚੰਗੇ ਬੰਦੇ ਉਹਨਾਂ ਦੇ ਪ੍ਰਭਾਵ 'ਚ ਆ ਜਾਂਦੇ ਆ, ਉਹ ਡਰ ਜਾਂਦੇ ਆ। ਬੜੇ ਬੜੇ ਪੜ੍ਹੇ ਲਿਖੇ ਲੋਕਾਂ ਦੇ ਦਿਮਾਗ ਨੂੰ ਉਹ ਘੁਮਾ ਦਿੰਦੇ ਆ।
ਜਦੋਂ ਕੋਈ ਪੜ੍ਹਿਆ ਲਿਖਿਆ ਬੰਦਾ ਉਹਨਾਂ ਦੇ ਪ੍ਰਭਾਵ ਹੇਠ ਆ ਜਾਂਦਾ, ਅਨਪੜ੍ਹ ਨੂੰ ਤਾਂ ਫਿਰ ਲੈਣਾ ਹੀ ਬਹੁਤ ਸੌਖਾ ਹੈ। ਹਾਲਾ ਕਹਿੰਦਾ ਦੇਖਿਆ ਉਹ ਐਡਾ ਵੱਡਾ ਪੜ੍ਹਿਆ ਲਿਖਿਆ ਬੰਦਾ, ਉਹ ਜਾਂਦਾ, ਤੂੰ ਤਾਂ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਦੇ ਜਾਲ ਬੁਣ ਲੈਂਦੇ ਆ, ਕਿਉਂਕਿ ਅਧੂਰਾ ਗਿਆਨ ਹੈ, ਉਹ ਗਿਆਨ ਤੋਂ ਖਾਲੀ ਨੇ ਜਿਹੜੇ ਇਹ ਚੀਜ਼ ਨੂੰ ਮੰਨਦੇ ਆ। ਜਿਹੜਾ ਗੁਰਮੁਖ ਹੈ ਉਹ ਨਹੀਂ ਮੰਨਦਾ, ਕਿਉਂਕਿ ਉਹ ਗਿਆਨ ਨਾਲ ਭਰਪੂਰ ਹੈ, ਉਹ ਭਰਿਆ ਪਿਆ, ਉਹ ਹਰ ਵੇਲੇ ਹੁਕਮ ਦੀ ਗੱਲ ਕਰਦਾ ਹੈ। ਉਹ ਆ ਕੇ ਜਿਹੜੇ ਵੀ ਉਹਨਾਂ ਦੇ ਕੋਲ ਵਿਅਕਤੀ ਆਉਂਦੇ ਉਹਨਾਂ ਨੂੰ ਵੀ ਇਹ ਗੱਲ ਕਹਿੰਦਾ ਹੈ ਵੀ ਸਾਰਾ ਕੁਝ ਹੁਕਮ 'ਚ ਹੈ, ਕੋਈ ਵੀ ਚੀਜ਼ ਹੁਕਮ ਤੋਂ ਬਾਹਰ ਨਹੀਂ ਹੈ। ਜੇ ਤੁਹਾਨੂੰ ਕੋਈ ਸੰਸਾਰੀ ਤੌਰ ਤੇ ਪੈਸਾ ਘੱਟ ਹੈ ਤੁਹਾਡੇ ਕੋਲ, ਇਹ ਵੀ ਉਹਦੀ ਰਜ਼ਾ ਹੈ, ਇਹਦੇ ਵਿੱਚ ਵੀ ਤੁਹਾਡਾ ਭਲਾ ਹੈ। ਜੇ ਕਿਸੇ ਕੋਲ ਜ਼ਿਆਦਾ ਹੈ, ਉਹਦੇ 'ਚ ਵੀ ਉਹਦਾ ਭਲਾ ਹੈ। ਪਰ ਜਿਹਦੇ ਕੋਲ ਜ਼ਿਆਦਾ ਆ ਜਾਂਦਾ ਉਹ ਹੰਕਾਰੀ ਹੋ ਜਾਂਦਾ, ਜਿਹਦੇ ਕੋਲ ਘੱਟ ਹੋ ਜਾਂਦਾ ਉਹ ਆਪਣੇ ਆਪ ਨੂੰ ਕੋਸੀ ਜਾਂਦਾ। ਜਦ ਕਿ ਜਿਹਨੂੰ ਜ਼ਿਆਦਾ ਮਾਇਆ ਦਿੱਤੀ ਹੈ ਉਹਦੀ ਡਿਊਟੀ ਵੀ ਵੱਡੀ ਲਾਈ ਪਰਮੇਸ਼ਰ ਨੇ, ਵੀ ਤੂੰ ਫਲਾਣੇ ਫਲਾਣੇ ਨੂੰ ਵਰਤਾ ਜਾ ਕੇ। ਉਹ ਹੈ ਤਾਂ ਪਰਮੇਸ਼ਰ ਦੀ, ਮਾਇਆ ਕਿਸੇ ਵਿਅਕਤੀ ਦੀ ਨਹੀਂ ਹੈ। ਇੱਥੋਂ ਹੀ ਵਿਅਕਤੀ ਫਸਦਾ ਇੱਥੇ ਆ ਕੇ। ਮਾਇਆ ਤਾਂ ਗੁਰਮੁਖਾਂ ਕੋਲ ਵੀ ਹੁੰਦੀ ਹੈ, ਪਾਤਸ਼ਾਹੀਆਂ ਕੋਲ ਵੀ ਸੀ, ਪਰ ਫਸੇ ਨਹੀਂ। ਉਹਨਾਂ ਨੂੰ ਪਤਾ ਸੀ ਅਸਲੀਅਤ ਦਾ, ਸਾਨੂੰ ਅਸਲੀਅਤ ਦਾ ਨਹੀਂ ਪਤਾ। ਜਿੱਦਣ ਸਾਨੂੰ ਵੀ ਅਸਲੀਅਤ ਦਾ ਪਤਾ ਲੱਗ ਗਿਆ, ਫਿਰ ਅਸੀਂ ਵੀ ਉਸੇ ਕੈਟਾਗਰੀ ਵਿੱਚ ਗਿਣੇ ਜਾਵਾਂਗੇ। ਸੋ ਅਸਲੀ ਜਿਹੜਾ ਬਰ ਸਰਾਪ ਹੈ ਉਹਦੀ ਸਾਨੂੰ ਸੋਝੀ ਹੋਣੀ। ਅਸਲੀ ਸਰਾਪ ਹੈ ਭਾਣੇ ਦਾ ਵਿਰੋਧ ਕਰਨਾ, ਰੱਬ ਦੀ ਰਜ਼ਾ ਤੋਂ ਉਲਟ ਚੱਲਣਾ। ਅਸਲੀ ਬਰ ਹੈ ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਭਾਣੇ ਅਨੁਸਾਰ ਚੱਲਣਾ। ਸੋ ਜਿਹੜੇ ਸੰਸਾਰੀ ਲੋਕ ਨੇ ਡਰਾ ਲੈਂਦੇ, ਉਹ ਆਪਣੀ ਪੂਜਾ ਕਰਵਾਉਂਦੇ ਆ, ਬੜੀ ਜ਼ਿੰਦਗੀ ਨੂੰ ਸੁਖਾਦਾਇਕ ਬਤੀਤ ਕਰਦੇ ਆ, ਪਰ ਜਿਹੜੇ ਅਣਜਾਣ ਲੋਕ ਨੇ ਉਹ ਡਰਦੇ ਰਹਿੰਦੇ ਆ, ਉਹ ਆਪਣਾ ਸਮਾਂ ਬਤੀਤ ਕਰਦੇ ਆ ਵਿਚਾਰੇ। ਸੋ ਜੋ ਕੁਝ ਵੀ ਹੁਕਮ ਵਿੱਚ ਮਿਲ ਰਿਹਾ ਹੈ ਉਹਦੇ 'ਚ ਪ੍ਰਸੰਨ ਰਹਿਣਾ ਹੀ ਚੰਗੀ ਗੱਲ ਹੈ। ਸੋ ਜੋ ਉਸ ਨੂੰ ਭਾ ਰਿਹਾ ਹੈ ਉਹੀ ਹੋ ਰਿਹਾ ਹੈ। ਕੋਈ ਹੋਰ ਹੁਕਮ ਕਰਕੇ ਜਾਂ ਅਰਦਾਸ ਬੇਨਤੀ ਕਰਕੇ ਉਹਦੇ ਹੁਕਮ ਨੂੰ ਬਦਲ ਨਹੀਂ ਸਕਦਾ। ਪਰ ਬੇਅੰਤ ਸਾਖੀਆਂ ਹਨ ਸਾਡੇ ਵੀ ਸਿੱਖ ਮਤ ਦੇ ਅੰਦਰ ਕਿ ਜੀ ਫਲਾਣੇ ਨੇ ਇਸ ਤਰ੍ਹਾਂ ਕਰ ਦਿੱਤਾ। ਜਿਵੇਂ ਇੱਕ ਬੜੀ ਪ੍ਰਚਲਿਤ ਕਹਾਣੀ ਹੈ ਕਿ ਰਣਜੀਤ ਸਿੰਘ ਨੇ ਅਰਦਾਸ ਕਰਕੇ ਅਟਕ ਦਰਿਆ ਰੋਕ ਦਿੱਤਾ ਸੀ। ਜਦੋਂ ਅਟਕ ਦਰਿਆ ਰੋਕਿਆ, ਪਾਣੀ ਅੱਧਾ ਉੱਧਰ ਪਾਣੀ ਅੱਧਾ ਉੱਧਰ ਹੋਊ, ਤੇ ਜਿਹੜਾ ਪਿਛਲਾ ਪਾਣੀ ਉਹ ਕਿੱਥੇ ਗਿਆ? ਫਿਰ ਕੀ ਰਣਜੀਤ ਸਿੰਘ 10ਵੇਂ ਪਾਤਸ਼ਾਹ ਨਾਲੋਂ ਜ਼ਿਆਦਾ ਹੁਕਮੀ ਸੀ ਤੇ 10ਵੇਂ ਪਾਤਸ਼ਾਹ ਨੇ ਅਰਦਾਸ ਨਾ ਕੀਤੀ? ਦਸਵੇਂ ਪਾਤਸ਼ਾਹ ਦੇ ਨਾਲ ਵੀ ਤਾਂ ਭਾਣਾ ਪਰਮੇਸ਼ਰ ਨੇ ਵਰਤਾਇਆ ਸਰਸਾ ਨਦੀ ਤੇ, ਉਹਨਾਂ ਦਾ ਤਾਂ ਕਿੰਨਾ ਨੁਕਸਾਨ ਹੁੰਦਾ ਸੰਸਾਰੀ ਤੌਰ ਤੇ। ਫਿਰ ਉੱਥੇ ਨਹੀਂ ਹੋਈ ਇਹ ਗੱਲ ਕਿ 10ਵੇਂ ਪਾਤਸ਼ਾਹ ਨੂੰ ਅਰਦਾਸ ਨਹੀਂ ਕਰਨੀ ਆਉਂਦੀ? ਇਹਨਾਂ ਪਿੱਛੇ ਕਹਾਣੀਆਂ ਦੇ ਬੜੀ ਵੱਡੀ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਦੀ ਇੱਕ ਚਾਲ ਸੀ। ਉਹ 10ਵੇਂ ਪਾਤਸ਼ਾਹ ਦੀ ਜਿਹੜੀ ਫਿਲਾਸਫੀ ਸੀ ਉਹਨੂੰ ਪਿੱਛੇ ਕਰਨਾ ਚਾਹੁੰਦੇ ਸੀ, ਸ਼ਬਦਾਂ 'ਚੋਂ ਉੱਚਾ ਰੱਖਦੇ ਸੀ, ਪਰ ਜਿਹੜੀ ਅਸਲੀ ਥਿਊਰੀ ਸੀ ਉਹ ਖਤਮ ਕਰਦੇ ਸੀ। ਹੁਕਮ ਵਾਲੀ ਥਿਊਰੀ ਖਤਮ ਕਰਦੇ ਸੀ, ਹੁਕਮ ਦਾ ਵਿਰੋਧ ਕਰਦੇ ਸੀ। ਪਤਾ ਸੀ ਉਹਨਾਂ ਨੂੰ ਰਣਜੀਤ ਸਿੰਘ ਨੇ ਰਾਜ ਕਰਨਾ, 10ਵੇਂ ਪਾਤਸ਼ਾਹ ਨੇ ਰਾਜ ਨਹੀਂ ਕਰਨਾ। 10ਵੇਂ ਪਾਤਸ਼ਾਹ ਕਹਿੰਦੇ ਰਾਜ ਪਰਮੇਸ਼ਰ ਦਾ, ਰਣਜੀਤ ਸਿੰਘ ਕਹਿੰਦਾ ਰਾਜ ਵਿਅਕਤੀ ਦਾ। ਗੁਰਬਾਣੀ ਕਹਿੰਦੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਅੱਜ ਸਾਡੇ ਸੰਸਾਰੀ ਕਹਿੰਦੇ ਰਾਜ ਸੱਤਾ ਚਾਹੀਦੀ ਹੈ। ਰਾਜ ਸੱਤਾ ਵਿੱਚ ਹੰਕਾਰ ਹੁੰਦਾ। ਪਤਾ ਸੀ ਭਗਤਾਂ ਨੂੰ
ਕਿ ਜਿੰਨਾ ਮਰਜ਼ੀ ਵਧੀਆ ਰਾਜਾ ਹੋਵੇ, ਹੰਕਾਰ ਤੋਂ ਬਿਨਾਂ ਰਾਜ ਹੋ ਹੀ ਨਹੀਂ ਸਕਦਾ। ਉਹ ਭਗਤ ਹੀ ਹੈ ਜਿਹੜਾ ਸਭ ਦੇ ਦਿਲਾਂ ਤੇ ਰਾਜ ਕਰਦਾ ਹੈ। ਉਹ ਪਰਮੇਸ਼ਰ ਹੀ ਹੈ ਜਿਹੜਾ ਸਭ ਦੇ ਦਿਲਾਂ ਤੇ ਰਾਜ ਕਰਦਾ ਹੈ। ਸੋ ਪਰ ਸਾਡੇ ਪ੍ਰਚਲਿਤ ਨੇ ਬੇਅੰਤ ਕਹਾਣੀਆਂ ਨੇ ਕਿ ਫਲਾਨਾ ਬੰਦਾ ਮਰ ਗਿਆ ਜੀ, ਉਹ ਫਿਰ ਜਿਉਂਦਾ ਕਰਤਾ, ਫਿਰ ਪਾਤਸ਼ਾਹੀਆਂ ਦੇ ਨਾਵਾਂ ਨਾਲ ਵੀ ਜੋੜਤੀਆਂ। ਪਰ ਪਾਤਸ਼ਾਹੀਆਂ 10ਵੇਂ ਦੇ ਨਾਲ ਕਿੰਨਾ ਕੁਛ ਹੋਇਆ। ਉਹਨਾਂ ਨੂੰ ਤਾਂ ਉਹਨਾਂ ਸਿੱਖਾਂ ਦੀ ਲੋੜ ਸੀ, ਫਿਰ ਉਹਨਾਂ ਨੇ ਤਾਂ ਕੋਈ ਜਿਉਂਦਾ ਨਹੀਂ ਕੀਤਾ। ਜਦ ਕਿ ਗੁਰਬਾਣੀ ਤਾਂ ਖੁਦ ਮੰਨਦੀ ਹੈ ਕਿ ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਮਰੈ ਕਰੈ। ਜਨਮ ਮਰਨ ਕਾ ਭਰਮ ਗਿਆ, ਇਹ ਤਾਂ ਇੱਕ ਭਰਮ ਹੈ। ਜੋਤ ਦਾ ਨਾ ਜਨਮ ਹੁੰਦਾ, ਨਾ ਜੋਤ ਮਰਦੀ ਹੈ। ਸਰੀਰ ਪੈਦਾ ਹੁੰਦਾ, ਸਰੀਰ ਵਿਨਸ ਜਾਂਦਾ। ਜੋਤ ਦਾ ਧਿਆਨ ਪੈਦਾ ਹੁੰਦਾ, ਧਿਆਨ ਵਿਨਸ ਜਾਂਦਾ। ਜੋਤ ਨੂੰ ਭਰਮ ਹੁੰਦਾ, ਭਰਮ ਦੂਰ ਹੋ ਜਾਂਦਾ। ਗੁਰਬਾਣੀ ਕਹਿੰਦੀ ਹੈ ਕੌਣ ਮੂਆਰੇ ਕੌਣ ਮੂਆ, ਦੱਸੋ ਕੌਣ ਮਰਿਆ। ਕਹਿੰਦੇ ਫਿਰ ਕੋਈ ਜਵਾਬ ਨਹੀਂ ਦਿੱਤਾ ਕਿਸੇ ਨੇ ਵੀ ਕੀ ਮਰਿਆ। ਪਰ ਚੱਲਦਾ ਸਭ ਕੁਝ, ਹੋ ਜਾਂਦੀਆਂ ਨੇ ਘਟਨਾ ਵੀ ਫਲਾਨਾ ਬੰਦਾ ਮਰ ਗਿਆ ਸੀ, ਉਹ ਬਾਅਦ ਦੇ ਵਿੱਚ ਜਿਉਂਦਾ ਹੋ ਗਿਆ। ਅਸਲ ਵਿੱਚ ਉਹ ਸਰੀਰ ਕਰਕੇ ਜਿਹੜੀ ਉਹਦੀ ਹਾਰਟ ਬੀਟ ਹੈ ਉਹ ਬਹੁਤ ਡਾਊਨ ਚਲੀ ਜਾਂਦੀ ਹੈ। ਜਿਵੇਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਹੈ, ਪਹਿਲੇ 1-2 ਮਹੀਨੇ ਉਹਦੀ ਹਾਰਟ ਬੀਟ ਨਹੀਂ ਸੁਣਦੀ। 3 ਮਹੀਨਿਆਂ ਤੋਂ ਬਾਅਦ, 2-2.5 ਮਹੀਨਿਆਂ ਤੋਂ ਬਾਅਦ ਕਹਿੰਦੇ ਹਾਰਟ ਬੀਟ ਸੁਣ ਲੱਗਦੀ ਹੈ। ਫਿਰ ਪਹਿਲਾਂ ਵੀ ਤਾਂ ਉਹ ਜੀਵਤ ਹੈ। ਕਈ ਵਾਰ ਜੀਵ ਦਾ ਹਾਰਟ ਓਨਾ ਡਾਊਨ ਚਲਾ ਜਾਂਦਾ ਹੈ, ਬਾਅਦ ਦੇ ਵਿੱਚ ਉਹ ਫਿਰ ਚੱਲ ਪੈਂਦਾ। ਫਿਰ ਉਹ ਕਹਿੰਦੀ ਮਰਿਆ ਜਿਉਂਦਾ। ਫਿਰ ਉਹ ਕੁਝ ਗੱਲਾਂ ਦੱਸਦੇ ਆ ਵੀ ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੇਰੇ ਨਾਲ ਇਸ ਤਰ੍ਹਾਂ ਹੋਇਆ। ਉਹ ਉਹਦੀ ਸਾਰੀ ਆਪਣੀ ਬੁੱਧੀ ਦੀ ਕਲਪਨਾ ਹੁੰਦੀ ਹੈ। ਉਹਨੇ ਜੋ ਵੀ ਇਮੈਜਨ ਕੀਤਾ ਹੁੰਦਾ ਉਹਦੇ ਬ੍ਰੇਨ 'ਚ ਬਸੀ ਹੁੰਦੀ ਗੱਲ, ਉਹ ਲੋਕਾਂ ਨੂੰ ਦੱਸਦਾ ਹੈ। ਪਰ ਉਹਦੇ ਕੋਲ ਅਸਲੀਅਤ ਨਹੀਂ ਹੁੰਦੀ। ਅਸਲੀਅਤ ਹੈ ਗੁਰਬਾਣੀ 'ਚ ਜੋ ਕੁਛ ਦੱਸਿਆ ਗਿਆ। ਹਰ ਉਹ ਸਰੀਰ ਵਿੱਚ ਰਹਿੰਦਿਆਂ ਦੱਸਦੇ ਆ, ਜਾਗਰਤ ਅਵਸਥਾ ਦੇ ਵਿੱਚ। ਔਰ ਗੁਰਬਾਣੀ 'ਚ ਜੋ ਦੱਸਿਆ ਗਿਆ ਉਹ ਕਿਸੇ ਦੇ ਭਲੇ ਵਾਸਤੇ ਹੈ, ਕਿਸੇ ਦਾ ਜੀਵਨ ਸਵਾਰਨ ਵਾਸਤੇ, ਕਿਸੇ ਦਾ ਜੀਵਨ ਖਰਾਬ ਕਰਨ ਵਾਸਤੇ ਨਹੀਂ ਹੈ। ਸੋ ਇਸ ਤਰ੍ਹਾਂ ਦੇ ਭਰਮ ਪਾਏ ਗਏ ਤੇ ਅਸੀਂ ਉਸ ਭੈ ਵਿੱਚ ਹਾਂ, ਤੇ ਤਾਂ ਹੀ ਸਾਡਾ ਫਿਰ ਫਾਇਦਾ ਚੁੱਕਿਆ ਜਾਂਦਾ ਹੈ। ਅੱਜ ਕਿਸੇ ਵੀ ਭਗਤ ਸਾਹਿਬਾਨ ਜਾਂ ਗੁਰ ਸਾਹਿਬਾਨ ਦੀ ਸਾਖੀ ਤੇ ਤੁਸੀਂ ਕਿੰਤੂ ਪ੍ਰੰਤੂ ਜੋ ਵੀ ਕਰਦੇ ਆ, ਫਿਰ ਉਹਨਾਂ ਤੇ ਇਤਰਾਜ਼ ਕਰਦੇ ਆ ਕਿ ਕਿਉਂ ਕਰਦੇ ਹੋ, ਜਦ ਕਿ ਉਹ ਪਾਤਸ਼ਾਹੀਆਂ ਦੇ ਨਾਂ ਵਰਤੇ ਜਾਂਦੇ ਆ ਕਿ ਬੰਦਾ ਕੋਈ ਬੋਲੇ ਹੀ ਨਾ। ਕਦੇ ਕਿਸੇ ਨੇ ਪਿਛਲੇ ਰਾਜ ਨੂੰ ਜਾਣਨਾ ਚਾਹਿਆ ਕਿ ਜੋ ਵੀ ਇਹ ਘਟਨਾਵਾਂ ਘਟੀਆਂ ਕਿਤੇ ਹੋਈਆਂ? ਕੋਈ ਨਹੀਂ ਜਾਣਦਾ। ਬਸ ਇੱਕੋ ਹੀ ਗੱਲ ਹੈ ਜੀ, ਸ਼ਰਧਾ ਹੋਣੀ ਚਾਹੀਦੀ ਹੈ। ਤੇ ਜੇ ਕੋਈ ਕਹਿ ਵੀ ਦਿੰਦਾ ਵੀ ਇਹਦਾ ਕੋਈ ਮਾੜਾ ਮੋਟਾ ਪ੍ਰੂਫ, ਫਿਰ ਉਹ ਕਹਿੰਦੇ ਜੀ ਤੁਸੀਂ ਤਰਕ ਕਰਦੇ ਹੋ, ਤੁਸੀਂ ਨਿੰਦਿਆ ਕਰਦੇ ਹੋ। ਇਹ ਤਾਂ ਜੀ ਪਾਤਸ਼ਾਹੀਆਂ ਦੀ ਵੀ ਨਿੰਦਿਆ ਕਰਨ ਲੱਗ ਗਏ, ਇਹਨਾਂ ਨੂੰ ਸੋਧਾ ਲਾ ਦਿਓ, ਇਹ ਮਸੰਦ ਹਨ, ਇਹ ਆਪਣਾ ਨਾਂ ਚਮਕਾਉਣਾ ਚਾਹੁੰਦੇ ਹਨ। ਦੂਜੇ ਪਾਸੇ ਉਹ ਨੇ ਜੋ ਕਿੰਤੂ ਪ੍ਰੰਤੂ ਕਰਦੇ ਹਨ, ਤਰਕਾਂ ਵੀ ਕਰਦੇ ਹਨ। ਅਸਲ ਗੱਲ ਉਹ ਵੀ ਨਹੀਂ ਦੱਸਦੇ, ਕਿਉਂਕਿ ਉਹ ਵੀ ਰੌਲਾ ਪਾ ਜਾਂਦੇ ਹਨ ਕਿ ਜੀ ਗੁਰਬਾਣੀ 'ਚ ਦਿਖਾਓ ਕਿੱਥੇ ਲਿਖਿਆ। ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖੋ, ਗੁਰਬਾਣੀ ਨੂੰ ਮੰਨੋ, ਆਪ ਪੜ੍ਹੋ। ਆਦ ਉਹ ਆਖੀ ਜਾਂਦੇ ਹਨ, ਹੱਲ ਕੋਈ ਨਹੀਂ ਨਿਕਲਦਾ। ਕਿਉਂਕਿ ਸੰਤਾਂ ਨੂੰ ਸਾਖੀਆਂ ਸੁਣਾ ਕੇ ਮਾਇਆ ਤੇ ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਸਾਖੀਆਂ ਕੱਟ ਕੇ ਮਾਇਆ ਤੇ ਇੱਜ਼ਤ ਮਿਲਦੀ ਹੈ। ਪਰ ਜੋ ਕੁਛ ਗੁਰਬਾਣੀ ਕਹਿੰਦੀ ਹੈ ਉਹ ਤਾਂ ਦੋਨੇ ਕੋਰੇ ਹੈ। ਕਿਉਂਕਿ ਗੁਰਬਾਣੀ ਕੀ ਕਹਿ ਰਹੀ ਹੈ? ਜਹ ਜਹ ਡਾਲੀ ਪੱਗ ਧਰੋ।
ਸੋਈ ਮੁੜ ਮੁੜ ਜਾਏ। ਕਹਿੰਦੇ ਜਿਹੜੀ ਜਿਹੜੀ ਵੀ ਡਾਲੀ ਤੇ ਪੈਰ ਧਰਦੇ ਆ ਉਹੀ ਮੁੜ ਕੇ ਫਿਰ ਚਲੇ ਜਾਂਦੇ। ਜਿਹਨੂੰ ਮਰਜੀ ਦੇਖ ਲਓ ਉਹ ਮੁੜ ਕੇ ਫਿਰ ਮਾਇਆ ਤੇ ਹੀ ਆਉਂਦਾ ਹੈ। ਹਰ ਇੱਕ ਦੀ ਇੱਛਾ ਮਾਇਆ ਦੀ ਹੀ ਹੈ। ਹਾਂ, ਸ਼ਬਦੀ ਜਾਲ ਦੋਨਾਂ ਕੋਲ ਹੀ ਬੜੇ ਟੌਪ ਦੇ ਆ। ਇਹ ਦੋਨੇ ਧਿਰਾਂ ਤੇ ਇੱਕ ਵੱਖਰੀ ਧਿਰ ਵੀ ਇਹਨਾਂ ਵਿੱਚ ਹੈ। ਉਹ ਹੈ ਹਰ ਕੇ ਸੰਤ, ਉਹ ਹੈ ਗੁਰਮੁਖ, ਜਿਨ੍ਹਾਂ ਦੇ ਕੋਲ ਅਸਲੀ ਮਤ ਹੈ, ਨਿਰਾਕਾਰੀ। ਮੁਸ਼ਕਿਲ ਫੇਰ ਆਉਂਦੀ ਹੈ ਕਿ ਇਹਨਾਂ ਦੀ ਕਹੀ ਹੋਈ ਗੱਲ ਸਾਡੀ ਪਕੜ 'ਚ ਨਹੀਂ ਆਉਂਦੀ। ਹੁਣ ਜੋ ਗੱਲ ਗੁਰਬਾਣੀ 'ਚ ਲਿਖੀ ਉਹ ਸਾਡੀ ਸਮਝ 'ਚ ਨਹੀਂ ਆ ਰਹੀ, ਅਸੀਂ ਫਿਰ ਤਾਂ ਹੀ ਕਿਸੇ ਤੇ ਪ੍ਰਭਾਵਿਤ ਹੋ ਜਾਂਦੇ ਆ। ਸਾਨੂੰ ਉਹ ਕੁਝ ਮੈਂਟਲੀ ਠੀਕ ਨਹੀਂ ਲੱਗਦੇ ਜਿਹੜਾ ਗੁਰਬਾਣੀ ਦੀ ਨਿਰੀ ਗੱਲ ਸਮਝ ਕੇ ਕਰ ਦੇਵੇ। ਅਸੀਂ ਕਹਿੰਦੇ ਯਾਰ ਇਹ ਦਿਮਾਗੀ ਤੌਰ ਤੇ ਖਰਾਬ ਹੈ, ਵੀ ਹੁਣ ਤੱਕ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ, ਇਹਨਾਂ ਨੂੰ ਨਵਾਂ ਹੀ ਪਤਾ ਲੱਗਣ ਲੱਗ ਗਿਆ ਗੱਲਾਂ ਦਾ। ਐਡੇ ਐਡੇ ਮਹਾਂਪੁਰਖ ਹੋ ਗਏ ਜੀ, ਐਡੇ ਐਡੇ ਸੰਤ ਹੋ ਗਏ, ਐਡੇ ਐਡੇ ਵਿਦਵਾਨ ਹੋ ਗਏ, ਉਹਨਾਂ ਨੂੰ ਨਹੀਂ ਪਤਾ ਲੱਗਿਆ, ਇਹਨਾਂ ਨੂੰ ਕੱਲ੍ਹ ਦਿਆਂ ਨੂੰ ਪਤਾ ਲੱਗ ਗਿਆ। ਫਿਰ ਜੇ ਇਹੀ ਤਰਕ ਹੈ ਤੇ ਫਿਰ ਇਹ ਤਰਕ ਤਾਂ ਗੁਰਬਾਣੀ ਤੇ ਵੀ ਲੱਗਦਾ ਵੀ ਗੁਰੂ ਨਾਨਕ ਸਾਹਿਬ ਨੂੰ ਹੀ ਪਤਾ ਲੱਗ ਗਿਆ ਸੀਗਾ ਕਿ 1.25 ਲੱਖ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਗਾਸ ਨੇ। ਕੀ ਇਸਲਾਮ ਦੇ 1.25 ਲੱਖ ਪੈਗੰਬਰ ਨੂੰ ਪਤਾ ਹੀ ਨਹੀਂ ਸੀਗਾ? ਨਹੀਂ ਸੀ ਪਤਾ, ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗ ਗਿਆ ਸੀ ਵੀ ਅਸਲੀਅਤ ਕੀ ਹੈ। ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਆਖੀ ਤਾਂ ਇਸਲਾਮ ਨੇ ਉਹਨਾਂ ਨੂੰ ਚੰਗਾ ਥੋੜ੍ਹਾ ਸਮਝਿਆ। ਉਹਨਾਂ ਦਾ ਖੁਦ ਗੁਰਬਾਣੀ 'ਚ ਲਿਖਿਆ ਕਿ ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ। ਕਹਿੰਦਾ ਮੈਨੂੰ ਤਾਂ ਪਾਗਲ ਕਹਿੰਦੇ ਲੋਕ, ਕਿਉਂਕਿ ਹੈ ਹੀ ਗੱਲ ਪਾਗਲਾਂ ਵਾਂਗੂ ਲੱਗਦੀ ਕਿ 1.25 ਲੱਖ ਪੈਗੰਬਰ ਮੰਨਦਾ ਵੀ 14 ਤਬਕ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਲੱਖਾਂ ਹੀ ਨੇ। ਸੋ ਸੰਸਾਰੀ ਲੋਕਾਂ ਨੂੰ ਉਹ ਪਾਗਲ ਹੀ ਲੱਗਦਾ ਹੈ, ਕਿਉਂਕਿ ਉਹਦੀ ਗੱਲ ਕਿਸੇ ਦੀ ਪਕੜ 'ਚ ਨਹੀਂ ਆਉਂਦੀ। ਤੇ ਜੇ ਗੱਲ ਪਕੜ 'ਚ ਆਉਂਦੀ ਹੁੰਦੀ ਤਾਂ ਸਭ ਦਾ ਜੀਵਨ ਨਾ ਬਦਲ ਜਾਂਦਾ। ਸੋ ਦੂਜਿਆਂ ਦੀਆਂ ਗੱਲਾਂ ਨੂੰ ਛੇਤੀ ਸਮਝ ਨਹੀਂ ਆਉਂਦੀਆਂ, ਤਾਂ ਹੀ ਅਸੀਂ ਦੋਨਾਂ ਧਿਰਾਂ 'ਚੋਂ ਕਿਸੇ ਇੱਕ ਧਿਰ ਨਾਲ ਖੜ ਜਾਂਦੇ ਹਾਂ। ਗੁਰਬਾਣੀ ਕਹਿੰਦੀ ਹੈ, ਕਬੀਰ ਸਾਹਿਬ ਕਹਿੰਦੇ ਹੈ, ਕਬੀਰ ਜਹ ਮਾਰਗ ਪੰਡਤ ਗਏ ਪਾਛੇ ਪਰੀ ਵਹੀਰ, ਇੱਕ ਅਵਕਟ ਕਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਬੀਰ ਸਾਹਿਬ ਕਹਿੰਦੇ ਜਦੋਂ ਨਿਰਾ ਸੱਚ ਬੋਲਿਆ ਤਾਂ ਫਿਰ ਆਪਾਂ ਇਕੱਲੇ ਹੀ ਰਹਿ ਗਏ, ਹੋਰ ਤਾਂ ਕੋਈ ਨਾਲ ਹੈ ਹੀ ਨਹੀਂ ਸੀ। ਇੱਕ ਇਕੱਲੇ ਸੰਤ ਨੇ, ਇੱਕ ਇਕੱਲੇ ਤਰਕਵਾਦੀ ਨੇ। ਇਹਨਾਂ ਦੋਨਾਂ ਦੇ ਵਿਚਾਲੇ ਹਰਕਾ ਸੰਤ, ਜਿਹੜਾ ਤਰਕ ਕਰਦਾ, ਕੁਤਰਕ ਨਹੀਂ ਕਰਦਾ। ਜਿਹੜਾ ਕਿਸੇ ਗੱਲ ਨੂੰ ਕੱਟਦਾ ਉਹਦਾ ਅਸਲੀਅਤ ਵੀ ਦੱਸਦਾ ਵੀ ਜੇ ਮੈਂ ਇਹ ਚੀਜ਼ ਕੱਟੀ ਆ ਤਾਂ ਅਸਲੀਅਤ ਆ ਹੈ। ਜੇ ਤੁਹਾਨੂੰ ਅਸਲੀਅਤ ਤੇ ਕੋਈ ਸ਼ੰਕਾ ਹੈ ਤੂੰ ਬੈਠੋ, ਵਿਚਾਰ ਕਰਦੇ ਆਪਾਂ। ਉਹ ਅਗਲੇ ਦੀ ਤਸੱਲੀ ਕਰਵਾਉਂਦਾ, ਐਵੇਂ ਨਹੀਂ ਕਹਿ ਦਿੰਦਾ, ਕਿਸੇ ਗੱਲ ਨੂੰ ਐਵੇਂ ਨਹੀਂ ਕੱਟ ਦਿੰਦਾ, ਉਹਦਾ ਬਕਾਇਦਾ ਸਬੂਤ ਦਿੰਦਾ। ਜੇ ਗੁਰੂ ਨਾਨਕ ਸਾਹਿਬ ਨੇ ਜੋਗ ਮੱਤ ਨੂੰ ਕੱਟਿਆ, ਕਬੀਰ ਸਾਹਿਬ ਨੇ ਜੋਗ ਮੱਤ ਨੂੰ ਕੱਟਿਆ, ਤੇ ਸਿੱਧਾ ਨੂੰ ਬੈਠ ਕੇ ਸਮਝਾਇਆ ਵੀ ਜਵਾਬ ਦਿਓ। ਸੋ ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਕਿਉਂਕਿ ਉਹ ਹੁਕਮ ਦੇ ਵਿੱਚ ਸੀ ਪਾਤਸ਼ਾਹੀਆਂ ਭਗਤ ਸਾਹਿਬਾਨ। ਉਹ ਕਹਿੰਦੇ ਜੋ ਕੁਛ ਵੀ ਅਸੀਂ ਕਰ ਰਹੇ ਹਾਂ, ਜੋ ਬੋਲ ਰਹੇ ਹਾਂ, ਇਹ ਹੁਕਮ ਅਨੁਸਾਰ ਹੀ ਬੋਲ ਰਹੇ ਹਾਂ। ਪਰਮੇਸ਼ਰ ਦੇ ਹੁਕਮ ਤੋਂ ਉੱਪਰ ਕਿਸੇ ਦਾ ਹੁਕਮ ਹੈ ਨਹੀਂ। ਜੇ ਕਿਸੇ ਕੋਲ ਹੈਗਾ ਉਹ ਬੈਠ ਕੇ ਵਿਚਾਰ ਕਰੇ। ਫਿਰ ਸਾਰੇ ਚੁੱਪ ਸਨ, ਫਿਰ ਕੋਈ ਵੀ ਨਹੀਂ ਬੋਲਦਾ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।